ਐਲਬਰਟਾ ਦੇ ਵਿੱਚ ਵੱਡਾ ਤੇ ਖਤਰਨਾਕ ਤੂਫਾਨ ਆ ਸਕਦਾ ਜੀ। ਇਸ ਤਰ੍ਹਾਂ ਦੀ ਵਾਰਨਿੰਗ ਜਾਰੀ ਕੀਤੀ ਗਈ ਹੈ ਇਨਵਾਇਰਨਮੈਂਟ ਕੈਨੇਡਾ ਵੱਲੋਂ। ਜੇ ਤੁਸੀਂ ਵੈਦਰ ਨੈਟਵਰਕ ਐਪ ਯੂਜ਼ ਕਰਦੇ ਹੋ, ਉਸ ਸਾਈਟ ਨੂੰ ਫੋਲੋ ਕਰਦੇ ਹੋ, ਉੱਥੇ ਵੀ ਤੁਹਾਨੂੰ ਸੇਮ ਜਾਣਕਾਰੀ ਮਿਲੇਗੀ। ਉਹਨਾਂ ਨੇ ਕਿਹਾ ਵੀ ਇਹ ਜਿਹੜਾ ਤੂਫਾਨ ਹੈ ਸੂਬੇ ਦੇ ਵਿੱਚ ਤਬਾਹੀ ਠਾ ਸਕਦਾ ਹੈ, ਖਾਸ ਤੌਰ 'ਤੇ ਸਰਦਰਨ ਅਤੇ ਸੈਂਟਰਲ ਐਲਬਰਟਾ ਦੇ ਵਿੱਚ। ਅਤੇ ਸੰਡੇ ਤੱਕ ਲਗਾਤਾਰ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਅਤੇ ਰੈਜ਼ੀਡੈਂਸ਼ੀਅਲ ਏਰੀਆਜ਼ ਦੇ ਵਿੱਚ ਵੱਡੀ ਹੇਲ ਵੀ ਪੈ ਸਕਦੀ ਹੈ, ਤਾਂ ਹੇਲ ਸਟੋਰਮ ਵੀ ਆ ਸਕਦਾ ਹੈਗਾ ਅੱਜ ਕੱਲ੍ਹ ਜਾਂ ਐਤਵਾਰ ਤੱਕ। ਤਾਂ ਸਾਰਿਆਂ ਨੂੰ ਇਹੀ ਅਪੀਲ ਹੈ, ਇਹੀ ਸਲਾਹ ਦਿੱਤੀ ਜਾ ਰਹੀ ਹੈ ਵੀ ਤੁਸੀਂ ਜੋ ਹੈ ਜਿੰਨੀਆਂ ਵੀ ਵੈਦਰ ਐਪਸ ਨੇ ਜਿਸ 'ਤੇ ਤੁਸੀਂ ਰਿਲਾਈ ਕਰਦੇ ਹੋ, ਚਾਹੇ ਇਨਵਾਇਰਨਮੈਂਟ ਕੈਨੇਡਾ ਦੀ ਹੋਵੇ, ਵੈਦਰ ਨੈਟਵਰਕ ਹੋਵੇ, ਉਹਨੂੰ ਡਾਊਨਲੋਡ ਕਰ ਲਓ। ਡਾਊਨਲੋਡ ਦੇ ਨਾਲ ਨਾਲ ਆਪਣੇ ਫੋਨ ਦੇ ਉੱਤੇ ਇਮੀਡੀਏਟ ਉਹਨਾਂ ਦੀ ਨੋਟੀਫਿਕੇਸ਼ਨਸ ਵਾਲੀ ਜਿਹੜੀ ਆਪਸ਼ਨ ਹੈ ਉਹਨੂੰ ਵੀ ਤੁਸੀਂ ਜਿਹੜਾ ਹੈ ਔਨ ਕਰ ਦਿਓ, ਤਾਂ ਕਿ ਤੁਹਾਡੇ ਸਾਰੇ ਪਰਿਵਾਰਕ ਮੈਂਬਰਾਂ ਨੂੰ ਪਤਾ ਹੋਵੇ, ਉਹ ਅਲਰਟਸ ਉਹ ਫੋਲੋ ਕਰ ਰਹੇ ਹੋਣ। ਜੇ ਕਿਤੇ ਹੇਲ ਬਾਰੇ ਅਲਰਟ ਆਉਂਦਾ ਹੈਗਾ ਹੈ ਨਾ, ਜਾਂ ਹੋਰ ਅਥੋਰਿਟੀਜ਼ ਵੱਲੋਂ, ਏਜੰਸੀਜ਼ ਵੱਲੋਂ ਆਉਂਦਾ ਹੈਗਾ, ਤਾਂ ਤੁਹਾਨੂੰ ਫਟਾਫਟ ਪਤਾ ਲੱਗ ਜੇ। ਅਤੇ ਰੈਗੂਲਰਲੀ ਸ਼ਾਰਟ ਇੰਟਰਵਲਸ ਤੋਂ ਬਾਅਦ ਥੋੜ੍ਹੇ ਸਮੇਂ ਬਾਅਦ ਤੁਸੀਂ ਵੈਦਰ ਅਪਡੇਟਸ ਚੈੱਕ ਕਰਦੇ ਰਹੋ। ਅਸੀਂ ਵੀ ਅੱਜ ਪੂਰਾ ਦਿਨ ਕੋਸ਼ਿਸ਼ ਕਰਾਂਗੇ ਤੁਹਾਨੂੰ ਰੈਗੂਲਰਲੀ ਫੀਡ ਕਰਦੇ ਰਹੀਏ ਵੈਦਰ ਦੀ ਜਿੰਨੀ ਵੀ ਅਪਡੇਟਸ ਆ ਰਹੀਆਂ ਨੇ। ਬਟ ਇਸ ਤਰ੍ਹਾਂ ਦੀ ਜੋ ਵਾਰਨਿੰਗ ਜਾਰੀ ਕੀਤੀ ਗਈ ਹੈ ਉਹਦੇ ਵਿੱਚ ਖਾਸ ਤੌਰ 'ਤੇ ਕਿਹਾ ਗਿਆ, ਸਾਰੇ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਵੀ ਤੁਸੀਂ ਜੋ ਹੈ ਨੋਟੀਫਿਕੇਸ਼ਨਸ ਲਾ ਲਓ, ਐਪਸ ਡਾਊਨਲੋਡ ਕਰ ਲਓ, ਅਤੇ ਸਮੇਂ ਬਾਅਦ ਥੋੜ੍ਹੇ ਚਿਰ ਬਾਅਦ ਜਿੰਨਾ ਵੀ ਵੈਦਰ ਦੇ ਵਿੱਚ ਚੇਂਜਿਸ ਆ ਰਹੀਆਂ ਨੇ, ਜੋ ਵੀ ਜਾਣਕਾਰੀ ਅਪਡੇਟ ਕੀਤੀ ਜਾ ਰਹੀ ਹੈ, ਉਹਦਾ ਜ਼ਰੂਰ ਧਿਆਨ ਰੱਖੋ। ਇਹ ਸਾਰੀ ਵਾਰਨਿੰਗ ਦੇ ਵਿੱਚ ਇੱਕ ਹੀ ਵਧੀਆ ਗੱਲ ਹੈ, ਉਹ ਇਹ ਹੈ ਕਿ ਵਾਈਲਡ ਫਾਇਰ ਸੀਜ਼ਨ ਚੱਲ ਰਿਹਾ ਹੈਗਾ ਅਤੇ ਬਹੁਤ ਸਾਰੀਆਂ ਅੱਗਾਂ ਨੂੰ ਆਊਟ ਆਫ ਕੰਟਰੋਲ ਕਹਿ ਦਿੱਤਾ ਗਿਆ, ਕੈਟੇਗਰਾਈਜ਼ ਕੀਤਾ ਗਿਆ। ਉਹ ਕੰਟਰੋਲ ਹੋ ਸਕਦੀਆਂ ਨੇ, ਕਿਉਂਕਿ ਕਿਹਾ ਜਾ ਰਿਹਾ 50 ਤੋਂ 70 mm ਤੱਕ ਜਿਹੜੀ ਹੈ ਰੇਨਫਾਲ ਹੋ ਸਕਦੀ ਹੈ, ਮੀਂਹ ਪੈ ਸਕਦਾ। ਸੋ ਉਹਦਾ ਇੱਕ ਫਾਇਦਾ ਹੋ ਸਕਦਾ, ਫਾਇਰ ਫਾਈਟਰਸ ਨੂੰ ਰਿਲੀਫ ਮਿਲ ਸਕਦਾ, ਸਾਨੂੰ ਚੰਗੀ ਹਵਾ ਮਿਲ ਸਕਦੀ ਹੈ। ਬਟ ਲੋਕਾਂ ਵਾਸਤੇ ਫਿਰ ਵੀ ਮੁਸੀਬਤ ਤਾਂ ਬਣੀ ਹੋਈ ਹੈ, ਕਿਉਂਕਿ ਇੱਕ ਤਾਂ ਥੰਡਰਸਟੋਰਮ ਆਉਣਾ ਅਤੇ ਉਹਦੇ ਨਾਲ ਹੁਣ ਹੇਲ ਦੀ ਵੀ ਗੱਲ ਆਖੀ ਜਾ ਰਹੀ ਹੈ। ਸੋ ਇੱਕ ਮੁਸੀਬਤ ਸਾਨੂੰ ਜੇ ਰਿਲੀਫ ਮਿਲ ਰਿਹਾ ਜਾਂ ਉਹ ਘਟੂਗੀ, ਤਾਂ ਦੂਜੀ ਜਿਹੜੀ ਹੈ ਉਹ ਪੈਰਲਲੀ ਖੜੀ ਵੀ ਹੋ ਰਹੀ ਹੈ। ਵੀਰਵਾਰ ਨੂੰ ਐਲਬਰਟਾ ਦੇ ਵਿੱਚ ਮੀਜ਼ਲਸ ਦੇ 29 ਨਵੇਂ ਕੇਸ ਰਿਪੋਰਟ ਹੋਏ ਨੇ ਜੀ। ਹੁਣ ਟੋਟਲ ਕੇਸਿਸ ਦੀ ਗਿਣਤੀ 868 ਹੋ ਗਈ ਹੈ, ਅਤੇ ਅਸੀਂ 1986 ਵਾਲਾ ਜੋ ਰਿਕਾਰਡ ਹੈ 40 ਸਾਲ ਪੁਰਾਣਾ, ਉਹ ਤੋੜ ਦਿੱਤਾ। ਅਤੇ 1986 ਦੇ ਵਿੱਚ 854 ਕੇਸ ਰਿਪੋਰਟ ਹੋਏ ਸੀ। ਇਹ ਉਹ ਸਮਾਂ ਹੈ ਜਦੋਂ ਕੈਲਗਰੀ ਦੀ ਆਪਦੀ NHL ਟੀਮ ਵੀ ਨਹੀਂ ਹੁੰਦੀ ਸੀ, ਅਤੇ ਉਹ ਕੈਨੇਡਾ ਸਾਡਾ ਜੋ ਨੈਸ਼ਨਲ ਐਂਥਮ ਹੈ ਇਹਨੂੰ ਓਫੀਸ਼ੀਅਲ ਤੌਰ 'ਤੇ ਬਣਾਇਆ ਨਹੀਂ ਗਿਆ ਸੀਗਾ। ਅਤੇ ਜੋ ਐਕਸਪਰਟਸ ਨੇ, ਜਿੰਨੇ ਵੀ ਮਾਹਰ ਨੇ, ਓਵਰਆਲ ਉਹ ਗੱਲ ਕਹਿ ਰਿਹਾ ਹੈ ਵੀ ਟੈਕਨੀਕਲੀ ਤਾਂ ਅਸੀਂ ਉਸ ਸਮੇਂ ਦੇ ਵਿੱਚ ਵਾਪਸ ਆ ਗਏ ਹਾਂ ਜਦੋਂ ਵੈਕਸੀਨ ਪ੍ਰੋਗਰਾਮ ਦੀ ਸ਼ੁਰੂਆਤ ਵੀ ਨਹੀਂ ਹੋਈ ਸੀਗੀ, ਕਿਉਂਕਿ ਇਹ ਉਹ ਸਮਾਂ ਸੀ ਜਦੋਂ ਵੈਕਸੀਨ ਨਹੀਂ ਸੀ ਜਾਂ ਇੱਕ ਡੋਜ਼ ਹੁੰਦੀ ਸੀਗੀ, ਰਾਈਟ। ਅਤੇ ਉਦੋਂ ਕੇਸਿਸ ਬਹੁਤ ਜ਼ਿਆਦਾ ਆਉਂਦੇ ਸੀਗੇ। ਅਤੇ ਬਟ ਉਹ ਕਹਿੰਦੇ ਅਸੀਂ ਸੇਮ ਟਰੈਂਡ ਹੁਣ ਓਬਜ਼ਰਵ ਕਰ ਰਹੇ ਹਾਂ, ਸੇਮ ਪੈਟਰਨਸ ਦੇਖ ਰਹੇ ਹਾਂ ਵੀ ਇਹ ਕੇਸਾਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ। ਤਾਂ ਕਹਿੰਦੇ ਵੀ ਅਸੀਂ ਪ੍ਰੀ ਵੈਕਸੀਨੇਸ਼ਨ ਟਾਈਮਸ ਦੇ ਵਿੱਚ ਪਹੁੰਚ ਗਏ ਹਾਂ। ਅਤੇ ਐਲਬਰਟਾ ਸਰਕਾਰ ਮੁਤਾਬਕ ਸਭ ਤੋਂ ਵੱਧ ਕੇਸ ਮੀਜ਼ਲਸ ਦੇ 1957 ਵਿੱਚ ਰਜਿਸਟਰ ਹੋਏ ਸੀਗੇ, ਰਿਪੋਰਟ ਹੋਏ ਸੀਗੇ। 12,337 ਕੇਸ ਉਦੋਂ ਓਫੀਸ਼ੀਅਲ ਤੌਰ ਦੇ ਉੱਤੇ ਰਿਪੋਰਟ ਕੀਤੇ ਗਏ ਸੀਗੇ। ਅਤੇ ਹਜੇ ਵੀ ਪ੍ਰੋਵਿੰਸ ਦੇ ਵਿੱਚ ਬਹੁਤ ਸਾਰੇ ਕੇਸ ਜੋ ਨੇ ਉਹ ਅਨਰਿਪੋਰਟਡ ਨੇ, ਡਿਟੈਕਟ ਨਹੀਂ ਕੀਤੇ ਹੋਏ। ਬਹੁਤ ਸਾਰੇ ਲੋਕਾਂ ਨੂੰ ਹਜੇ ਇਹ ਵੀ ਨਹੀਂ ਪਤਾ ਹੋਊਗਾ ਵੀ ਉਹ ਇਨਫੈਕਟਡ ਨੇਗੇ, ਬਟ ਉਹ ਆਮ ਲੋਕਾਂ ਦੇ ਵਿੱਚ ਵਿਚਰ ਰਹੇ ਨੇ, ਘੁੰਮ ਫਿਰ ਰਹੇ ਨੇਗੇ, ਜਾਂ ਇੱਥੋਂ ਐਲਬਰਟਾ ਤੋਂ ਕਿਸੇ ਹੋਰ ਸ਼ਹਿਰ ਜਾਂ ਕੰਟਰੀ, ਦੇਸ਼ ਦੇ ਵਿੱਚ ਟਰੈਵਲ ਕਰ ਰਹੇ ਨੇਗੇ। ਸੋ ਉਹਨਾਂ ਲਈ ਵੀ ਉਹ ਇੱਕ ਪ੍ਰੋਬਲਮ ਖੜੀ ਹੋ ਸਕਦੀ ਹੈਗੀ ਹੈ। ਸਾਊਥ ਸੈਂਟਰਲ ਨਾਰਥ ਜ਼ੋਨ ਜਿਹੜੇ ਹੈ ਉਹ ਸਭ ਤੋਂ ਜ਼ਿਆਦਾ ਪ੍ਰਭਾਵਿਤ ਨੇ, ਉੱਥੇ ਸਭ ਤੋਂ ਵੱਧ ਕੇਸਿਸ ਰਿਪੋਰਟ ਹੋ ਰਹੇ ਨੇਗੇ। ਅਤੇ ਓਫੀਸ਼ੀਅਲ ਜੋ ਡੇਟਾ ਸ਼ੇਅਰ ਕੀਤਾ ਗਿਆ ਹੈਗਾ ਸਰਕਾਰ ਵੱਲੋਂ, ਜੂਨ 7 ਤੱਕ ਘੱਟੋ ਘੱਟ 75 ਐਲਬਰਟਨਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਮੀਜ਼ਲਸ ਦੇ ਇਲਾਜ ਲਈ, ਕਿਉਂਕਿ ਕੰਪਲੀਕੇਸ਼ਨਸ ਵੱਧ ਗਈਆਂ ਸੀਗੀਆਂ, ਤਾਂ ਉਹਨਾਂ ਨੂੰ ਮੈਡੀਕਲ ਅਟੈਂਸ਼ਨ ਦੀ ਲੋੜ ਸੀਗੀ। ਕੁਛ ਦਿਨ ਉਹਨਾਂ ਨੂੰ ਹਸਪਤਾਲ 'ਚ ਰੱਖਿਆ ਗਿਆ ਇਲਾਜ ਦੇ ਲਈ। ਇਹਨਾਂ ਵਿੱਚੋਂ ਹੀ 12 ਲੋਕ ਅਜਿਹੇ ਸਨ ਜਿਨ੍ਹਾਂ ਨੂੰ ICU 'ਚ ਰੱਖਿਆ ਗਿਆ ਹੈਗਾ, ਇੰਟੈਂਸਿਵ ਕੇਅਰ ਯੂਨਿਟ ਦੇ ਵਿੱਚ, ਕਿਉਂਕਿ ਉਹਨਾਂ ਦਾ ਜਿਹੜਾ ਓਵਰਆਲ ਕੰਪਲੀਕੇਸ਼ਨ ਸੀ ਬਿਕੋਜ਼ ਆਫ ਬੈਕਟੀਰੀਆ ਇਨਫੈਕਸ਼ਨ ਕਾਫੀ ਜ਼ਿਆਦਾ ਸਿਵੀਅਰ ਹੋ ਗਿਆ ਸੀਗਾ ਜੀ। ਕਾਫੀ ਉਹਨਾਂ ਨੂੰ ਪ੍ਰੋਬਲਮ ਆਈ। ਜੇ ਤੁਹਾਨੂੰ ਕੋਈ ਹੋਰ ਵੀ ਪ੍ਰੋਬਲਮ ਹੈਗੀ ਹੈ ਅਤੇ ਨਾਲ ਤੁਹਾਨੂੰ ਮੀਜ਼ਲਸ ਹੋ ਜੇ, ਤਾਂ ਤੁਹਾਡੇ ਉੱਤੇ ਜ਼ਿਆਦਾ ਇਫੈਕਟ ਕਰੂਗਾ, ਤੁਹਾਨੂੰ ਜ਼ਿਆਦਾ ਤੰਗ ਪਰੇਸ਼ਾਨ ਕਰੂਗਾ,
ਅਤੇ ਲਾਈਕਲੀਹੁੱਡ ਇਹੀ ਹੈ ਜੋ ਡਾਕਟਰਸ ਕਹਿ ਰਹੇ ਨੇ ਕਿ ਵੱਖ-ਵੱਖ ਰਿਪੋਰਟਸ ਦੇ ਵਿੱਚ ਕਿ ਤੁਹਾਨੂੰ ਹਸਪਤਾਲ ਦੇ ਵਿੱਚ ਫਿਰ ਐਡਮਿਟ ਹੋਣਾ ਹੀ ਪੈਣਾ। ਤਾਂ ਸਾਰੇ ਜਾਣੇ ਇੱਕ ਵਾਰ ਫਿਰ ਤੋਂ ਆਪਦਾ ਖਿਆਲ ਰੱਖੋ, ਆਪਣੇ ਨੀਅਰ ਐਂਡ ਡੀਅਰ ਵਨਸ ਨੂੰ ਰੈਗੂਲਰਲੀ ਇਸ ਗੱਲ ਬਾਰੇ ਯਾਦ ਕਰਾਉਂਦੇ ਰਹੋ, ਰਿਮਾਇੰਡ ਕਰਾਉਂਦੇ ਰਹੋ। ਵੀਕਐਂਡ ਦੀ ਸ਼ੁਰੂਆਤ ਅੱਜ ਦੁਪਹਿਰੇ ਜਿਹਨੂੰ ਹੋ ਜਾਣੀ ਹੈ, ਲੋਕਾਂ ਨੇ ਆਪਣਾ ਬਾਹਰ ਘੁੰਮਣ ਫਿਰਨ ਵੀ ਜਾਣਾ ਹੈਗਾ, ਤਾਂ ਮੇਕ ਸ਼ੋਰ ਕਰੋ ਵੀ ਅਜਿਹੇ ਸਪੌਟਸ ਦੇ ਉੱਤੇ ਨਾ ਜਾਓ ਜਿੱਥੇ ਕਿ ਅਲਰਟਸ ਕੱਢੇ ਜਾ ਰਹੇ ਨੇ ਜਾਂ ਜਿੱਥੇ ਤੁਹਾਨੂੰ ਪਤਾ ਹੈਗਾ ਵੀ ਇੱਥੇ ਮੀਜ਼ਲਸ ਬਹੁਤ ਵੱਡੇ ਪੱਧਰ 'ਤੇ ਫੈਲਿਆ ਹੋਇਆ ਹੈ ਜਾਂ ਕੁਛ ਕੇਸਿਸ ਵੀ ਰਿਪੋਰਟ ਹੋਏ ਨੇਗੇ, ਰਾਈਟ। ਤਾਂ ਉਸ ਅਕੋਰਡਿੰਗ ਜੋ ਹੈ ਤੁਸੀਂ ਆਪਦੇ ਸਾਰੇ ਟਰੈਵਲ ਪਲਾਨਸ, ਘੁੰਮਣ ਫਿਰਨ ਵਾਲੇ ਪਲਾਨਸ ਵੀਕਐਂਡ 'ਤੇ ਪਲਾਨ ਵੀ ਕਰ ਸਕਦੇ ਹੋ, ਰੀਸਕੈਜੂਲ ਵੀ ਕਰ ਸਕਦੇ ਹੋ, ਅਵੋਇਡ ਵੀ ਕਰ ਸਕਦੇ ਹੋ। ਸਾਰੇ ਐਕਸਪਰਟਸ ਇਹੀ ਸਲਾਹ ਦੇ ਰਹੇ ਨੇ। ਪਬਲਿਕ ਹੈਲਥ ਏਜੰਸੀ ਕੈਨੇਡਾ ਮੁਤਾਬਕ 57 ਲੋਕ, ਜਿਨ੍ਹਾਂ ਵਿੱਚੋਂ 44 ਅਲਬਰਟਾ 'ਚੋਂ ਨੇ ਅਤੇ 13 ਲੋਕ ਹੈਗੇ ਨੇ ਓਨਟੈਰੀਓ 'ਚੋਂ, ਇਹਨਾਂ ਨੇ ਰੀਆ ਬ੍ਰਾਂਡ ਜਨੋਆ ਸਲਾਮੀ ਸਵੀਟ, ਰੀਆ ਬ੍ਰਾਂਡ ਜਨੋਆ ਦੀ ਸਲਾਮੀ ਹੌਟ ਅਤੇ ਬੋਨਾ ਬ੍ਰਾਂਡ ਮਾਈਲਡ ਜਨੋਵਾ ਸਲਾਮੀ ਖਾਧੀ ਜੀ। ਇਹ ਖਾ ਕੇ ਇਹ ਬਿਮਾਰ ਹੋ ਗਏ ਅਤੇ ਇਹਨਾਂ ਵਿੱਚੋਂ 7 ਲੋਕਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈਗਾ, ਜਿੱਥੇ ਉਹਨਾਂ ਨੂੰ ਇਨਫੈਕਸ਼ਨ ਹੋਇਆ ਹੈਗਾ। ਅਤੇ ਮਿਡ ਅਪ੍ਰੈਲ ਜਾਂ ਮਈ ਦੇ ਵਿੱਚ ਲੋਕਾਂ ਨੇ ਇਹ ਚੀਜ਼ਾਂ ਨੂੰ ਕੰਜ਼ਿਊਮ ਕੀਤਾ, ਖਾਧਾ, ਅਤੇ ਉਹ ਤੋਂ ਬਾਅਦ ਉਹਨਾਂ ਨੂੰ ਵੱਖ-ਵੱਖ ਜਿਹੜੇ ਸਿੰਪਟਮਸ ਰਿਪੋਰਟ ਹੋਏ। ਕਈਆਂ ਨੂੰ ਫੀਵਰ ਹੋਇਆ, ਬੁਖਾਰ ਚੜ੍ਹ ਗਿਆ, ਬਹੁਤ ਜ਼ਿਆਦਾ ਸਿਰ ਦੁਖਣ ਲੱਗ ਗਿਆ, ਵੋਮਿਟਿੰਗ ਵੀ ਹੋਈ, ਉਲਟੀਆਂ ਕੀਤੀਆਂ ਲੋਕਾਂ ਨੇ, ਨੌਜ਼ੀਆ, ਕ੍ਰੈਂਪਸ, ਡਾਇਰੀਆ ਵਰਗੇ ਉਹਨਾਂ ਨੂੰ ਸਾਰੇ ਸਿੰਪਟਮ ਆਏ ਹੈਗੇ ਹੈ। ਅਤੇ ਉਸ ਤੋਂ ਬਾਅਦ ਜਦੋਂ ਸਾਰੇ ਕੇਸਿਸ ਨੂੰ ਦੇਖਿਆ ਗਿਆ ਤਾਂ ਇੱਕ ਪੈਟਰਨ ਮਿਲਿਆ ਵੀ ਇਹ ਸਾਰਿਆਂ ਨੇ ਇਹ ਬ੍ਰਾਂਡ ਦੀ ਜੋ ਹੈ ਸਮਾਨ ਕੰਜ਼ਿਊਮ ਕੀਤਾ ਸੀਗਾ, ਅਤੇ ਕਈਆਂ ਨੇ ਸਲਾਮੀ ਸੈਂਡਵਿਚ ਵੀ ਖਾਧਾ ਸੀਗਾ ਅਤੇ ਉਹਦੇ ਕਰਕੇ ਵੀ ਉਹ ਬਿਮਾਰ ਹੋਏ ਨੇਗੇ। ਤਾਂ ਕੈਨੇਡੀਅਨ ਫੂਡ ਇੰਸਪੈਕਸ਼ਨ ਏਜੰਸੀ ਨੇ ਓਨਟੈਰੀਓ, ਅਲਬਰਟਾ, ਮੈਨੀਟੋਬਾ ਤੋਂ ਇਹਨਾਂ ਸਾਰਿਆਂ ਦੇ ਪ੍ਰੋਡਕਟਸ ਜੋ ਨੇ ਉਹ ਰੀਕਾਲ ਕਰ ਲਏ ਨੇਗੇ। ਇਹ ਗਰੋਸਰੀ ਸਟੋਰਸ 'ਤੇ ਜਾਂ ਹੋਰ ਵੱਖ-ਵੱਖ ਥਾਵਾਂ ਜਿੱਥੇ ਅਸੀਂ ਸੌਦਾ ਲੈਣ ਜਾਂਦੇ ਹਾਂ, ਉੱਥੇ ਸਾਰੇ ਕਿਤੇ ਇਹ ਅਵੇਲੇਬਲ ਸਨ ਅਤੇ ਇਹਨਾਂ ਨੂੰ ਖਾ ਕੇ ਲੋਕ ਬਿਮਾਰ ਹੋਏ ਨੇਗੇ। ਬਟ ਹੁਣ ਫਾਈਨਲੀ ਅਥੋਰਿਟੀਜ਼ ਐਕਟ ਕਰ ਰਹੀਆਂ ਨੇ, ਜਿਵੇਂ ਉਹਨਾਂ ਨੂੰ ਪਤਾ ਲੱਗਿਆ ਕਿ ਲੋਕ ਜੋ ਨੇ ਬਿਮਾਰ ਹੋ ਗਏ ਨੇ ਅਤੇ ਬਿਮਾਰ ਹੋਣ ਤੋਂ ਅੱਗੇ ਵੀ ਹਸਪਤਾਲ ਵਿੱਚ ਦਾਖਲ ਕਰਵਾਏ ਜਾ ਰਹੇ ਨੇਗੇ ਬਿਕੋਜ਼ ਆਫ ਦਿਸ। ਸੋ ਇਹ ਵੀ ਇੱਕ ਵੱਡੀ ਅਤੇ ਅਹਿਮ ਡਿਵੈਲਪਮੈਂਟ ਹੈ। ਤਾਂ ਇਸ ਬ੍ਰਾਂਡ ਨੂੰ ਤੁਸੀਂ ਕੁਛ ਚਿਰ ਵਾਸਤੇ ਅਵੋਇਡ ਕਰ ਸਕਦੇ ਹੋ ਜਦੋਂ ਤੱਕ ਏਜੰਸੀਜ਼ ਵੱਲੋਂ ਫਰਦਰ ਇਹਦੇ ਉੱਤੇ ਕੋਈ ਜਾਣਕਾਰੀ ਨਹੀਂ ਆਉਂਦੀ। ਰੀਆ ਬ੍ਰਾਂਡ ਜਨੋਆ ਦੀ ਸਲਾਮੀ ਹੈ ਜੀ, ਇਹ ਹੌਟ ਸਵੀਟ ਬੋਨਾ ਬ੍ਰਾਂਡ ਦੀ ਵੀ ਹੈਗੀ ਇਹ ਸਲਾਮੀ, ਇਹ ਖਾ ਕੇ ਲੋਕ ਬਿਮਾਰ ਹੋਏ ਨੇ। ਕੈਨੇਡੀਅਨ ਇੰਸਟੀਚਿਊਟ ਫਾਰ ਹੈਲਥ ਨੇ ਡੇਟਾ ਇਕੱਠਾ ਕੀਤਾ ਸੀ ਅਤੇ ਹੁਣ ਡੇਟਾ ਜਦੋਂ ਜਨਤਕ ਕੀਤਾ ਗਿਆ ਉਹਦੇ ਵਿੱਚ ਖੁਲਾਸਾ ਹੋਇਆ ਹੈ ਕਿ ਜਿੰਨੀਆਂ ਵੀ ਸਾਡੇ ਕੈਨੇਡੀਅਨਸ ਲਈ ਜ਼ਰੂਰੀ ਅਤੇ ਅਹਿਮ ਸਰਜਰੀਜ਼ ਨੇ, ਜਿਨ੍ਹਾਂ ਵਿੱਚ ਗੋਡਿਆਂ ਦਾ ਆਪਰੇਸ਼ਨ ਹੋ ਗਿਆ, ਹਿਪ ਰਿਪਲੇਸਮੈਂਟ ਹੋ ਗਈ, ਕੈਂਸਰ ਰਿਲੇਟਡ ਸਰਜਰੀਜ਼ ਹੋ ਗਈ, ਉਹਨਾਂ ਨੂੰ ਕਰਵਾਉਣ ਲਈ ਜਿਹੜਾ ਵੇਟਿੰਗ ਟਾਈਮ ਹੈ ਉਹ ਲਗਾਤਾਰ ਵੱਧਦਾ ਜਾ ਰਿਹਾ ਹੈਗਾ। ਵੇਟਿੰਗ ਲਿਸਟ ਵੀ ਵੱਧਦੀ ਜਾ ਰਹੀ ਹੈਗੀ ਹੈ ਅਤੇ ਜੋ ਡਾਕਟਰ ਸਲਾਹ ਦਿੰਦੇ ਨੇ ਚੈੱਕਅਪ ਤੋਂ ਬਾਅਦ, ਥੋਰੋ ਟੈਸਟਿੰਗ ਤੋਂ ਬਾਅਦ, ਉਸ ਅਕੋਰਡਿੰਗ ਲੋਕ ਆਪਣਾ ਇਲਾਜ ਹੀ ਨਹੀਂ ਕਰਵਾ ਪਾ ਰਹੇ। ਇਹ ਬਹੁਤ ਵੱਡੀ ਗੱਲ ਹੈ ਅਤੇ ਚਿੰਤਾ ਵਾਲੀ ਗੱਲ ਹੈ। ਲੋਕਾਂ ਨੂੰ ਪੇਨ ਬਰਦਾਸ਼ਤ ਕਰਨੀ ਪੈ ਰਹੀ ਹੈ ਲੰਬੇ ਲੰਬੇ ਸਮੇਂ ਤੱਕ, ਅਤੇ ਕੁਆਲਿਟੀ ਆਫ ਲਾਈਫ ਉਹਨਾਂ ਦੀ ਕੰਪਰੋਮਾਈਜ਼ ਹੋ ਗਈ ਹੈਗੀ। ਉਹਨਾਂ ਨੂੰ ਜ਼ਿੰਦਗੀ ਜੀਣ ਦੇ ਵਿੱਚ ਮਜ਼ਾ ਨਹੀਂ ਆਉਂਦਾ ਹੈਗਾ ਅਤੇ ਤੁਰਿਆ ਫਿਰਿਆ ਨਹੀਂ ਜਾਂਦਾ ਬਹੁਤ ਸਾਰੇ ਲੋਕਾਂ ਤੋਂ। ਤਾਂ ਇਸ ਕਰਕੇ ਉਹ ਬਹੁਤ ਜ਼ਿਆਦਾ ਫਰਸਟ੍ਰੇਟਡ ਵੀ ਨੇ, ਉਦਾਸ ਵੀ ਨੇ, ਬਹੁਤ ਸਾਰੇ ਲੋਕ ਤਾਂ ਡਿਪਰੈਸ਼ਨ ਚਲੇ ਜਾਂਦੇ ਨੇਗੇ। ਸੋ ਇਹ ਡੇਟਾ ਨੇ ਇਸ ਸਾਰੀ ਚੀਜ਼ਾਂ ਬਾਰੇ ਖੁਲਾਸਾ ਕੀਤਾ ਹੈਗਾ। ਕੈਨੇਡਾ ਦੇ ਵਿੱਚ ਜੇ ਕਿਸੇ ਵੀ ਓਵਰਆਲ ਨੈਸ਼ਨਲ ਐਵਰੇਜ ਦੀ ਗੱਲ ਕੀਤੀ ਜਾ ਰਹੀ ਹੈ, ਇੱਥੇ ਜੇ ਗੋਡਿਆਂ ਦਾ ਆਪਰੇਸ਼ਨ ਕਰਵਾਉਣਾ ਹੈ ਤਾਂ ਐਵਰੇਜ ਟਾਈਮ ਜਿਹਦੇ ਵਿੱਚ ਹੋਣਾ ਚਾਹੀਦਾ ਉਹ 6 ਮਹੀਨੇ ਹੈ ਹਜੇ ਤੱਕ, ਬਟ ਇਹ ਹੁਣ ਕਹਿੰਦੇ ਵੱਧਦਾ ਜਾ ਰਿਹਾ ਹੈਗਾ। ਅਤੇ 68% ਹਿਪ ਰਿਪਲੇਸਮੈਂਟ ਸਰਜਰੀਜ਼ ਜੋ ਨੇ ਇਸ ਟਾਈਮ ਪੀਰੀਅਡ ਦੇ ਦੌਰਾਨ ਹੋਈ, 6 ਮਹੀਨਿਆਂ ਦੇ ਵਿੱਚ ਹੋਈ ਹੈ, 6 ਮਹੀਨੇ ਤੱਕ ਹੋਈ। 61% ਨੀ ਰਿਪਲੇਸਮੈਂਟ ਜਿਹੜੀ ਹੈਗੀ ਹੈ ਗੋਡਿਆਂ ਦਾ ਆਪਰੇਸ਼ਨ, ਗੋਡਿਆਂ ਨੂੰ ਬਦਲਵਾਉਣ ਦਾ ਆਪਰੇਸ਼ਨ, ਉਹ 6 ਮਹੀਨਿਆਂ ਦੇ ਵਿੱਚ ਜਾਂ 6 ਮਹੀਨਿਆਂ ਤੱਕ ਹੋਇਆ ਹੈਗਾ। ਸੋ ਜਿਹੜੇ ਮਾਹਰ ਨੇ, ਜਿਵੇਂ ਹੀ ਡੇਟਾ ਬਾਹਰ ਆਇਆ ਹੈਗਾ, ਪਬਲਿਕ ਹੋਇਆ ਹੈਗਾ, ਉਹਨਾਂ ਨੇ ਚਿੰਤਾ ਜਤਾਈ ਹੈ ਵੀ ਇਹ ਕੋਈ ਬਾਹਲਾ ਵਧੀਆ ਫਿਗਰ ਨਹੀਂ ਹੈਗਾ, ਵਧੀਆ ਆંકੜੇ ਇਹ ਬਿਲਕੁਲ ਵੀ ਨਹੀਂ ਹੈਗੇ ਅਤੇ ਸਾਨੂੰ ਹੋਰ ਬਹੁਤ ਜ਼ਿਆਦਾ ਕੰਮ ਕਰਨ ਦੀ ਲੋੜ ਹੈ ਜਿਸ ਨਾਲ ਅਸੀਂ ਇਹ ਵੇਟ ਲਿਸਟ ਨੂੰ ਘਟਾਈਏ। ਐਲਬਰਟਾ ਨੇ ਓਵਰਆਲ ਬਾਕੀ ਸੂਬਿਆਂ ਦੇ ਮੁਕਾਬਲੇ ਵਧੀਆ ਪਰਫੋਰਮ ਕੀਤਾ ਹੈ, ਇੰਪਰੂਵ ਕੀਤਾ ਹੈ। ਨੈਸ਼ਨਲ ਐਵਰੇਜ ਦੇ ਮੁਕਾਬਲੇ
ਸੂਬੇ ਦੀ ਐਵਰੇਜ ਜੋ ਹੈ 2024 ਦੇ ਵਿੱਚ ਵਧੀਆ ਰਹੀ। 73% ਐਲਬਰਟਨਸ ਦੀ ਜੋ ਸਰਜਰੀ ਸੀ, ਚਾਹੇ ਉਹ ਗੋਡਿਆਂ ਰਿਗਾਰਡਿੰਗ ਹੋਵੇ, ਕੈਂਸਰ ਦੀ ਹੋਵੇ ਜਾਂ ਫਿਰ ਹਿਪ ਰਿਪਲੇਸਮੈਂਟ ਦੀ ਹੋਵੇ, ਉਹ 6 ਮਹੀਨਿਆਂ ਦੇ ਵਿੱਚ ਹੋਈ। 2023 ਦੇ ਵਿੱਚ ਇਹ ਫਿਗਰ ਜੋ ਸੀ 58% ਸੀ, ਤਾਂ ਥੋੜ੍ਹਾ ਜਿਹਾ ਵਾਧਾ ਹੋਇਆ ਹੈਗਾ। ਨੀ ਰਿਪਲੇਸਮੈਂਟ ਦੀ ਪਾਰਟੀਕੂਲਰਲੀ ਸਪੈਸੀਫਿਕ ਫਿਗਰ ਜੋ ਆਈ, ਅੰਕੜੇ ਆਏ ਨੇਗੇ, ਉਹਦੇ ਵਿੱਚ 62% ਲੋਕਾਂ ਦੀ ਜੋ ਸਰਜਰੀ ਹੈ 6 ਮਹੀਨਿਆਂ ਦੇ ਵਿੱਚ ਹੋਈ ਹੈਗੀ ਹੈ। 2023 ਦੇ ਵਿੱਚ ਸਿਰਫ 49% ਲੋਕਾਂ ਦੀ ਹੋਈ ਸੀਗੀ। ਸੋ ਕੈਂਸਰ ਰਿਲੇਟਡ ਜਿੰਨੀਆਂ ਸਰਜਰੀਜ਼ ਨੇ, MRI ਸਕੈਨਸ ਨੇ, CT ਸਕੈਨਸ ਨੇ, ਇਹਦੇ ਲਈ ਜੋ ਵੇਟਿੰਗ ਟਾਈਮ ਹੈ ਉਹ ਐਲਬਰਟਾ ਦੇ ਵਿੱਚ ਜਿਹੜਾ ਹੈ ਵੱਧਦਾ ਜਾ ਰਿਹਾ ਹੈਗਾ। 2023 'ਚ ਘੱਟ ਸੀਗਾ, 2024 'ਚ ਇਹ ਟਾਈਮ ਜੋ ਹੈ ਵੱਧ ਗਿਆ ਹੈਗਾ। ਸੋ ਇਹ ਇੱਕ ਚਿੰਤਾ ਵਾਲੀ ਗੱਲ ਹੈਗੀ ਹੈ। ਓਵਰਆਲ ਤਾਂ ਜਿਹੜੀ ਸਾਡੀ ਐਵਰੇਜ ਇੰਪਰੂਵ ਹੋਈ ਹੈ, ਉਹਨੂੰ ਹੋਰ ਇੰਪਰੂਵ ਕਰਨ ਦੀ ਵੀ ਲੋੜ ਹੈਗੀ ਹੈ। ਠੀਕ ਹੈ, ਅਸੀਂ ਨੈਸ਼ਨਲ ਐਵਰੇਜ ਤੋਂ ਵਧੀਆ ਪਰਫਾਰਮ ਕਰ ਰਹੇ ਹਾਂ, ਬਟ ਇੱਥੇ ਵੀ ਡਰਾਸਟਿਕ ਮੈਜਰ ਲੈਣ ਦੀ ਲੋੜ ਹੈਗੀ ਹੈ ਤਾਂ ਜੋ ਲੋਕ ਹੈ ਜਿਹੜੀ ਬਿਨਾਂ ਪੇਨ ਤੋਂ ਆਪਣੀ ਜ਼ਿੰਦਗੀ ਬਤੀਤ ਕਰ ਸਕਣ ਅਤੇ ਉਹਨਾਂ ਨੂੰ ਜਿਹੜਾ ਬਣਦਾ ਇਲਾਜ ਹੈ ਉਹ ਸਮੇਂ ਸਿਰ ਮਿਲ ਸਕੇ। ਅਦਰਵਾਈਜ਼ ਜਿਵੇਂ ਜਿਵੇਂ ਚੀਜ਼ਾਂ ਡਿਲੇ ਹੁੰਦੀਆਂ, ਆਪਾਂ ਸਾਰੇ ਜਾਣਦੇ ਹਾਂ, ਕੰਪਲੀਕੇਸ਼ਨਸ ਹੋਰ ਜ਼ਿਆਦਾ ਵੱਧਦੀਆਂ ਨੇਗੀਆਂ, ਕੰਮ ਹੋਰ ਜ਼ਿਆਦਾ ਖਰਾਬ ਹੋ ਜਾਂਦਾ ਹੈਗਾ। ਸੋ ਇਸ ਚੀਜ਼ ਨੂੰ ਇਮੀਡੀਏਟਲੀ ਐਡਰੈਸ ਕਰਨ ਦੀ ਲੋੜ ਹੈ। ਇੱਕ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਬਾਕੀ ਦੀ ਖਬਰਾਂ ਉੱਤੇ ਚਰਚਾ ਕਰਦੇ ਹਾਂ ਜੀ। ਸਾਂਝਾ ਪੰਜਾਬ ਦੀਆਂ 6 ਲੋਕੇਸ਼ਨਸ ਤੇ ਇਹ ਵੀਕਲੀ ਸਪੈਸ਼ਲ ਸੇਲ ਲੱਗ ਗਈ ਹੈ। ਇਹ ਕੀਮਤਾਂ 12 ਜੂਨ ਤੱਕ ਮਿਲਣਗੀਆਂ। 1 ਪਾਉਂਡ ਟਮਾਟਰ 88 ਸੈਂਟਸ ਨੂੰ, 1 ਪਾਉਂਡ ਅਦਰਕ 129 ਵਿੱਚ, ਮੇਥੀ ਦੀ ਇੱਕ ਗੁੱਛੀ 149 ਦੀ, ਗੋਭੀ ਦਾ ਇੱਕ ਫੁੱਲ 249 ਵਿੱਚ, 341 ਗ੍ਰਾਮ ਸਵੇਰਾ ਪਨੀਰ 399 ਦਾ, 4 ਪਾਉਂਡ ਸ਼ੇਰ ਬੇਸਨ 449 ਵਿੱਚ, ਡੌਨ ਫੈਮਿਲੀ ਪੈਕ ਪਰੌਂਠਾ 799 ਨੂੰ। ਲੋਕੇਸ਼ਨਸ ਵੈਸਟ ਵਿੰਡਸ ਡਰਾਈਵ, 80th ਐਵਨਿਊ, ਫਾਲਕਨ ਰਿਜ ਬੁਲੇਵਾਰਡ, ਸਿਟੀਸਕੇਪ ਸਕੁਆਇਰ, ਰੈਡਸਟੋਨ ਨਾਰਥ ਈਸਟ ਐਂਡ ਕੈਰਿੰਗਟਨ ਨਾਰਥ ਵੈਸਟ। ਸ਼ੋਰੀ ਲਾਅ LLP ਤੁਹਾਡੇ ਸ਼ੁਕਰਗੁਜ਼ਾਰ ਹਨ ਕਿ ਤੁਸੀਂ 25 ਸਾਲਾਂ ਤੋਂ ਇਹਨਾਂ ਨੂੰ ਸੇਵਾ ਕਰਨ ਦਾ ਮੌਕਾ ਦਿੱਤਾ। ਸ਼ੋਰੀ ਲਾਅ LLP ਕਾਰਪੋਰੇਟ ਲਾਅ, ਇਮੀਗ੍ਰੇਸ਼ਨ, ਕ੍ਰਿਮੀਨਲ ਅਤੇ ਰੀਅਲ ਐਸਟੇਟ ਮੈਟਰਸ ਵਿੱਚ ਸਹੀ ਸਲਾਹ ਦੇਣ ਲਈ ਜਾਣੇ ਜਾਂਦੇ ਹਨ ਅਤੇ ਹਜ਼ਾਰਾਂ ਕਲਾਇੰਟਸ ਨੂੰ ਲੀਗਲ ਮਸਲਿਆਂ ਵਿੱਚ ਸਕਸੈਸਫੁਲੀ ਮਦਦ ਕਰ ਚੁੱਕੇ ਹਨ। ਸ਼ੋਰੀ ਲਾਅ LLP ਦੀ ਕਾਬਿਲ ਟੀਮ ਆਪਣੇ ਤਜਰਬੇ, ਕਮਿਟਮੈਂਟ ਅਤੇ ਕਾਸਟ ਇਫੈਕਟਿਵ ਰਿਪਰੈਜ਼ੈਂਟੇਸ਼ਨ ਨਾਲ ਤੁਹਾਨੂੰ ਸਹੀ ਲੀਗਲ ਸਲਾਹ ਦੇ ਸਕਦੇ ਹਨ। ਸ਼ੋਰੀ ਲਾਅ LLP, ਕਾਲ 403-216-1199 ਜਾਂ ਵਿਜ਼ਿਟ 220-4851 वेस्टविंड्स ड्राइव नॉर्थ ईस्ट। देवी और सजनों, कौन बनेगा करोड़पति में आज का सिजलिंग हॉट क्वेश्चन कि पूरे कैलगरी में सबसे डिलीशियस, ऑथेंटिक, माउथ वाटरिंग डाइनिंग कहाँ मिलेगा? मेरे हिसाब से इसका सही जवाब होना चाहिए सिजलिंग ग्रिल। बिल्कुल सही जवाब। क्या बात। सिजलिंग ग्रिल से अब ऑनलाइन ऑर्डर करें और पाएं स्पेशल डिस्काउंट्स। घर पर केटरिंग कराएं और साथ में फूड ट्रक में लाइव कुकिंग एंजॉय करें। फॉर डाइन इन विजिट सिजलिंग ग्रिल इंडो चाइनीज एट सिटीस्केप और कवेंट्री ड्राइव। सिजलिंग ग्रिल। ਓਏ ਕੀ ਗੱਲ ਹੋਈ? ਅੱਖਾਂ ਕਿਉਂ ਮਲਦਾ ਪਿਆ? ओ भरावा आज तो मैं हैरान ही रह गया। ਉੱਪਰ ਹੋਇਆ ਕੀ? ਜਿਹਾ ਕੀ ਵੇਖ ਲਿਆ? ਅੱਜ ਮੈਂ ਕੈਲਗਰੀ ਦੇ ਫੈਂਸੀ ਡੋਰਸ ਐਂਡ ਮੋਲਡਿੰਗਸ ਦੇ ਸ਼ੋਰੂਮ ਹੋ ਕੇ ਆਇਆ। ਉਹਨਾਂ ਕੋਲ ਐਕਸਟੀਰੀਅਰ ਤੇ ਇਨਡੋਰ ਡੋਰਸ, ਲੌਕਸ, ਰੇਲਿੰਗਸ ਅਤੇ ਵਿੰਡੋਜ਼ ਦੀ ਇੰਨੀ ਸ਼ਾਨਦਾਰ ਵੈਰਾਈਟੀ ਹੈ ਵੀ ਗੱਲ ਛੱਡ ਦੋ। ਅੱਛਾ, ਫਿਰ ਤਾਂ ਬਹੁਤ ਮਹਿੰਗਾ ਹੋਣਾ ਸਮਾਨ। ਉਹ ਕਿੱਥੇ, ਉਹ ਤਾਂ ਕੋਈ ਵੀ ਰਿਟਨ ਪ੍ਰਾਈਸ ਬੀਟ ਕਰਦੇ ਆ ਤੇ ਨਾਲੇ ਸੇਮ ਡੇ ਡਿਲੀਵਰੀ ਵੀ ਕਰ ਦਿੰਦੇ ਆ। ਫਿਰ ਤਾਂ ਤੂੰ ਹੁਣੇ ਨੰਬਰ ਦੇ ਉਹਨਾਂ ਦਾ। ਕਰ ਨੋਟ ਲਾਡੀ ਸਿੱਧੂ @403-604-2497 ਅਤੇ ਲੱਕੀ ਸਿੰਘ @587-583-1413। ज्यादा क्लासरूम होने का मतलब है और बेहतर सीखने का मौका। इसलिए अल्बर्टा सरकार स्कूल निर्माण को प्राथमिकता दे रही है और पेश करते हैं स्कूल न्यूज प्रोग्राम। इस योजना के तहत पूरे सूबे में 90 नए स्कूल बनाए जा रहे हैं। अब और भी ज्यादा कम्युनिटीज को मिलेंगे घर के पास ही नए स्कूल। इससे संबंधित अधिक जानकारी के लिए विजिट करें alberta.ca/schools now। अल्बर्टा सरकार की ओर से एक संदेश। This is Good Morning Calgary। ਐਲਬਰਟਾ ਦੇ ਪ੍ਰੀਮੀਅਰ ਡੈਨੀਅਲ ਸਮਿਥ ਦੇ ਆਫਿਸ ਨੇ ਇੱਕ ਜਾਣਕਾਰੀ ਸਾਂਝੀ ਕਰਦੇ ਹੋਏ ਇਹ ਗੱਲ ਦੱਸੀ ਹੈ ਵੀ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਤੇ ਪ੍ਰੀਮੀਅਰ ਡੈਨੀਅਲ ਸਮਿਥ ਜੋ ਸ਼ਨੀਵਾਰ ਨੂੰ ਸਟੈਨਲੀ ਕੱਪ ਦੀ ਗੇਮ ਹੋ ਰਹੀ ਹੈ ਉਹਦੇ ਵਿੱਚ ਸ਼ਿਰਕਤ ਨਹੀਂ ਕਰਨਗੇ, ਉਹਨੂੰ ਦੇਖਣ ਇਕੱਠਿਆਂ ਨਹੀਂ ਜਾਣਗੇ। ਓਫੀਸ਼ੀਅਲ ਤੌਰ ਦੇ ਉੱਤੇ ਜਿਹੜੀ ਗੇਮ 5 ਹੋਣੀ ਹੈ ਉਹਦੇ ਵਿੱਚ ਉਹ ਪਾਰਟ ਨਹੀਂ ਲੈਣਗੇ। ਪਿਛਲੇ ਹਫ਼ਤੇ ਹੀ ਪ੍ਰੀਮੀਅਰ ਡੈਨੀਅਲ ਸਮਿਥ ਨੇ ਇਨਵਾਈਟ ਭੇਜਿਆ ਸੀਗਾ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੂੰ ਵੀ ਤੁਸੀਂ ਐਡਮਿੰਟਨ ਦੇ ਜੰਪਲ ਹੈਗੇ ਹੋ, ਤੁਸੀਂ ਇੱਥੇ ਆਓ, ਸਾਡੇ ਨਾਲ ਗੇਮ ਦੇਖੋ। ਅਤੇ ਓਵਰਆਲ ਜੋ ਫੈਡਰਲ ਸਰਕਾਰ ਅਤੇ ਸੂਬਾ ਸਰਕਾਰ ਦੇ ਵਿਚਕਾਰ ਤਣਾਅ ਦੇਖਣ ਨੂੰ ਮਿਲਦਾ ਹਮੇਸ਼ਾ ਹੀ, ਉਹਦੇ ਵਿੱਚ ਥੋੜ੍ਹੀ ਚੇਂਜਿਸ ਆਉਣ, ਹੈ ਨਾ, ਨਵੇਂ ਸਿਰੇ ਤੋਂ ਰਿਲੇਸ਼ਨ ਜਿਹੜੇ ਆ ਉਹ ਬਣਾਏ ਜਾਣ ਅਤੇ ਸ਼ੁਰੂਆਤ ਹੋਵੇ ਉਹਨਾਂ ਦੀ ਪੋਜ਼ੀਟਿਵ ਹੋਰ ਕੀਤਾ ਜਾਵੇ। ਤਾਂ ਉਸ ਚੀਜ਼ ਨੂੰ ਦੇਖਦੇ ਹੋਏ
ਉਹਨਾਂ ਨੇ ਕਿਹਾ ਸੀ ਵੀ ਤੁਸੀਂ ਆ ਜਾਓ, ਨਾਲ ਦੀ ਨਾਲ G7 ਸਮਿਟ ਹੈਗਾ, ਤੁਸੀਂ ਆਉਣਾ ਹੀ ਹੈ ਤਾਂ ਗੇਮ ਵੀ ਦੇਖਦੇ ਹਾਂ। ਬਟ ਹੁਣ ਜਿਹੜੀ ਗੇਮ 5 ਜੋ ਰੋਜਰਸ ਅਰੀਨਾ ਦੇ ਵਿੱਚ ਹੋਣੀ ਹੈ, ਪਲੇਸ ਦੇ ਵਿੱਚ ਹੋਣੀ ਹੈ, ਉੱਥੇ ਇਹ ਦੋਨੋਂ ਨਹੀਂ ਹੋਣਗੇ। ਦੋਨਾਂ ਨੇ ਜੋ ਰੀਜ਼ਨ ਦਿੱਤਾ ਹੈਗਾ, ਪ੍ਰੀਮੀਅਰ ਦੇ ਪ੍ਰੈਸ ਸੈਕਟਰੀ ਨੇ ਸੈਮ ਬਲੈਕਟ ਨੇ ਉਹਨਾਂ ਨੇ ਇਹ ਗੱਲ ਦੱਸੀ ਹੈ ਕਿ G7 ਸਮਿਟ ਕਰਕੇ ਹੀ ਦੋਨਾਂ ਦੇ ਰਜੀਮੇ ਇੰਨੇ ਜ਼ਿਆਦਾ ਬਿਜ਼ੀ ਨੇ, ਉਹਨਾਂ ਕੋਲ ਇਸ ਵਕਤ ਹੀ ਨਹੀਂ ਹੈਗਾ, ਸਮਾਂ ਹੀ ਨਹੀਂ ਹੈਗਾ ਕਿ ਉਹ ਗੇਮ ਦੇਖਣ ਆ ਸਕਣ। ਸੋ ਵੇਲ ਨਾ ਹੋਣ ਕਰਕੇ ਇਹ ਮੁਮਕਿਨ ਹੀ ਨਹੀਂ ਹੈਗਾ ਕਿ ਗੇਮ 5 ਉਹ ਦੋਨੋਂ ਦੇਖਣਗੇ। ਅਤੇ ਪ੍ਰੀਮੀਅਰ ਇੱਕ ਗੱਲ ਹੋਰ ਕਲੀਅਰ ਕਰ ਦਿੱਤੀ ਗਈ ਹੈ ਵੀ ਪ੍ਰੀਮੀਅਰ ਵੀ ਐਤਕੀ ਕੋਈ ਵੀ ਸਟੈਨਲੀ ਕੱਪ ਦੀ ਗੇਮ ਸ਼ਾਇਦ ਨਾ ਹੀ ਦੇਖਣ, ਇਹ ਗੱਲ ਵੀ ਆਖੀ ਗਈ ਹੈਗੀ ਹੈ। ਸੋ ਹਾਲਾਂਕਿ ਪਿਛਲੇ ਸਾਲ ਦੇਖੀ ਸੀ, ਫਿਰ ਉਹ ਤੋਂ ਬਾਅਦ ਬਹੁਤ ਵੱਡਾ ਵਿਵਾਦ ਬਣ ਗਿਆ ਉਹ ਸਾਰੀ ਗੱਲਬਾਤ ਦਾ, ਤਾਂ ਐਤਕੀ ਸੀਗਾ ਵੀ ਪ੍ਰਾਈਮ ਮਿਨਿਸਟਰ ਨਾਲ ਸ਼ਾਇਦ ਜਾਣਗੇ, ਬਟ ਹੁਣ ਓਫੀਸ਼ੀਅਲ ਤੌਰ ਦੇ ਉੱਤੇ ਉਹਨਾਂ ਦੇ ਆਫਿਸ ਨੇ ਜਾਣਕਾਰੀ ਦੇ ਕੇ ਸਾਰਾ ਕੁਝ ਕਲੀਅਰ ਕਰ ਦਿੱਤਾ ਜੀ। ਸਰੀ BC ਤੋਂ ਲਿਬਰਲ MP ਸੁਖ ਧਾਲੀਵਾਲ ਤੇ ਗੁਰਬਖਸ਼ ਸੈਣੀ, ਉਹ ਵੀ ਲਿਬਰਲ MP ਨੇ ਜੀ, ਰਾਈਡਿੰਗ ਆਫ ਫਲੀਟਵੁੱਡ ਪੋਰਟ ਕੈਲਸ ਤੋਂ। ਦੋਨੋਂ ਜਾਣਿਆਂ ਨੇ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨਾਲ ਮੁਲਾਕਾਤ ਕੀਤੀ ਹੈ ਅਤੇ ਓਵਰਆਲ ਇੰਡੀਅਨ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਨੂੰ ਜੋ ਇਨਵਾਈਟ ਭੇਜਿਆ ਗਿਆ G7 ਸਮਿਟ ਦੇ ਲਈ, ਉਸ ਦੇ ਰਿਗਾਰਡਿੰਗ ਉਹਨਾਂ ਨੇ ਚਰਚਾ ਕੀਤੀ, ਉਹਨਾਂ ਨੂੰ ਸਾਰਾ ਕੁਝ ਦੱਸਿਆ ਹੈਗਾ ਕਿ ਉਹਨਾਂ ਦੇ ਕੌਂਸਟੀਟੂਐਂਟਸ ਜਿੰਨੇ ਵੀ ਲੋਕ ਉਹਨਾਂ ਦੀ ਰਾਈਡਿੰਗ ਦੇ ਵਿੱਚ ਰਹਿੰਦੇ ਨੇਗੇ, ਖਾਸ ਤੌਰ 'ਤੇ ਸੁਖ ਧਾਲੀਵਾਲ ਵਾਲੀ ਰਾਈਡਿੰਗ ਦੇ ਵਿੱਚ, ਅਤੇ ਉਹਨਾਂ ਨੇ ਇਤਰਾਜ਼ ਜਤਾਇਆ ਹੈਗਾ। ਉਹ ਬਹੁਤ ਜ਼ਿਆਦਾ ਗੁੱਸੇ ਵਿੱਚ ਵੀ ਨੇਗੇ, ਦੁਖੀ ਵੀ ਨੇਗੇ ਵੀ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੇ ਅਜਿਹਾ ਕਿਉਂ ਕੀਤਾ ਹੈਗਾ। ਤਾਂ ਉਹਨਾਂ ਨਾਲ ਗੱਲਬਾਤ ਕੀਤੀ ਗਈ ਹੈ ਸਾਰੀ, ਉਹਨਾਂ ਨੂੰ ਸਾਰੇ ਇਸ਼ੂਜ਼ ਬਾਰੇ ਦੱਸਿਆ ਗਿਆ ਹੈਗਾ ਵੀ ਲੋਕ ਇਹ ਕਹਿ ਰਹੇ ਨੇ, ਗਰਾਊਂਡ ਲੈਵਲ 'ਤੇ ਇਹ ਚਰਚਾਵਾਂ ਚੱਲ ਰਹੀਆਂ ਨੇ, ਅਤੇ ਕਮਿਊਨਿਟੀ ਓਵਰਆਲ ਉਹਨਾਂ ਦੇ ਅਕੋਰਡਿੰਗ ਜਿਹੜੀ ਹੈ, ਲਿਬਰਲ ਐਮਪੀਆਂ ਦੇ ਅਕੋਰਡਿੰਗ ਖੁਸ਼ ਨਹੀਂ ਹੈ ਇਸ ਡਿਵੈਲਪਮੈਂਟ ਤੋਂ। ਸੋ ਉਹਨਾਂ ਨੇ ਸਾਰੀ ਗੱਲਬਾਤ ਜਾ ਕੇ ਪ੍ਰਾਈਮ ਮਿਨਿਸਟਰ ਨੂੰ ਦੱਸੀ ਹੈਗੀ ਹੈ, ਅਤੇ ਉਹ ਕਹਿੰਦੇ ਵੀ ਪ੍ਰਾਈਮ ਮਿਨਿਸਟਰ ਇਸ ਇਸ਼ੂ ਨੂੰ ਚੰਗੀ ਤਰ੍ਹਾਂ ਸਮਝਦੇ ਨੇਗੇ, ਉਹਨਾਂ ਨੇ ਸਾਡੀ ਸਾਰੀ ਗੱਲਬਾਤ ਸੁਣੀ ਹੈ ਅਤੇ ਉਹ ਬਹੁਤ ਹੀ ਜ਼ਿਆਦਾ ਸਟਰੋਂਗ ਨੇ ਅਤੇ ਅਲਾਰਮਡ ਵੀ ਨੇਗੇ ਸਾਰੀ ਡਿਵੈਲਪਮੈਂਟ ਤੋਂ। ਤਾਂ ਇਹ ਗੱਲ ਸੁਖ ਧਾਲੀਵਾਲ ਨੇ ਉਹਨਾਂ ਨਾਲ ਮੁਲਾਕਾਤ ਕਰਨ ਤੋਂ ਬਾਅਦ PM ਨਾਲ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸੀ ਹੈਗੀ ਹੈ। ਅਤੇ ਗੁਰਬਖਸ਼ ਸੈਣੀ ਨੇ ਵੀ ਇਹੀ ਗੱਲ ਕਹੀ ਹੈ, ਉਹਨਾਂ ਦਾ ਕਹਿਣਾ ਹੈਗਾ ਵੀ ਇਹ ਹਿੰਦੂ ਸਿੱਖ ਇਸ਼ੂ ਨਹੀਂ ਹੈਗਾ, ਇਹ ਕੈਨੇਡੀਅਨ ਇਸ਼ੂ ਹੈਗਾ ਗਾ, ਤਾਂ ਤੁਸੀਂ ਉਸ ਅਕੋਰਡਿੰਗ ਹੀ ਇਸ ਨੂੰ ਦੇਖੋ, ਇੱਕ ਇਕੱਲੀ ਕਮਿਊਨਿਟੀ ਦਾ ਇਸ਼ੂ ਨਹੀਂ ਹੈਗਾ ਗਾ। ਸੇਮ ਗੱਲ, ਸੇਮ ਨੈਰੇਟਿਵ ਜੋ ਹੈ NDP ਦੇ ਜੋ MP ਨੇ ਹੈਦਰ ਮੈਕਫਰਸਨ, ਉਹਨਾਂ ਨੇ ਵੀ ਇਹੀ ਗੱਲ ਕਹੀ ਹੈਗੀ ਹੈ ਕਿ ਵੀ ਕੈਨੇਡਾ ਦੀ ਕੁਛ ਵੈਲਿਊਜ਼ ਹੈਗੀਆਂ ਨੇਗੀਆਂ ਅਤੇ ਉਹਨਾਂ ਨੂੰ ਸਾਨੂੰ ਅਪਹੋਲਡ ਬਚਾ ਕੇ ਰੱਖਣਾ ਚਾਹੀਦਾ ਹੈਗਾ ਗਾ। ਠੀਕ ਹੈ, ਅਸੀਂ ਸਮਝਦੇ ਹਾਂ ਵੀ ਕੋਈ ਚੀਜ਼ਾਂ ਹੁੰਦੀਆਂ ਨੇ, ਬਟ ਇਹ ਜਿਹੀ ਚੀਜ਼ ਹੈਗੀ ਹੈ ਜਿਸ ਨੂੰ ਤੁਸੀਂ ਇਗਨੋਰ ਨਹੀਂ ਕਰ ਸਕਦੇ ਜਾਂ ਠੰਡੇ ਬਸਤੇ 'ਚ ਨਹੀਂ ਪਾ ਸਕਦੇ ਹੈਗੇ, ਕਿਉਂਕਿ ਉਹਨਾਂ ਨੇ ਕਿਹਾ ਹੈਗਾ ਵੀ ਉਹਨਾਂ ਦੀ ਹੀ ਪਾਰਟੀ ਦੇ ਫੈਡਰਲ ਲੈਵਲ ਦੇ ਲੀਡਰ ਜਗਮੀਤ ਸਿੰਘ ਨੂੰ ਵੀ ਫੋਲੋ ਕੀਤਾ ਗਿਆ, ਨਾ ਸਿਰਫ ਉਹਨਾਂ ਦੀ ਡੇਲੀ ਰੂਟੀਨਸ ਨੂੰ ਫੋਲੋ ਕੀਤਾ ਗਿਆ, ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਫੋਲੋ ਕੀਤਾ ਗਿਆ ਹੈਗਾ। ਪ੍ਰੋਪਰ ਰੈਕੀ ਕੀਤੀ ਜਾ ਰਹੀ ਸੀਗੀ ਅਤੇ ਦੋਸ਼ ਇਹ ਲੱਗਦਾ ਵੀ ਉਹ ਇੰਡੀਅਨ ਏਜੰਟਸ ਵੱਲੋਂ ਕੀਤੀ ਜਾ ਰਹੀ ਸੀਗੀ। ਖੈਰ ਫਿਲਹਾਲ ਦੀ ਘੜੀ ਜਿਹੜਾ ਇਨਵਾਈਟ ਹੈ ਉਹ ਭੇਜਿਆ ਗਿਆ ਹੈਗਾ, ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਇੱਥੇ ਆਉਣਗੇ, G7 ਸਮਿਟ ਦਾ ਹਿੱਸਾ ਬਣਨਗੇ, ਉਸ ਦੇ ਵਿੱਚ ਸਿਕਿਉਰਿਟੀ, ਟ੍ਰੇਡ ਟਾਕਸ, ਹੋਰ ਕਿਸ ਤਰ੍ਹਾਂ ਦੀਆਂ ਡੀਲਸ ਹੋ ਸਕਦੀਆਂ ਨੇ ਕੈਨੇਡਾ ਦੇ ਨਾਲ, ਉਹਦੇ ਬਾਰੇ ਚਰਚਾ ਕਰਨਗੇ। ਬਹੁਤ ਵਾਰੀ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੇ ਵੀ ਕਲੀਅਰ ਕੀਤਾ ਹੈ ਵੱਖ-ਵੱਖ ਟਾਈਮ ਦੇ ਉੱਤੇ ਕਿ ਇਹ ਜੋ ਡਿਸੀਜਨ ਹੈ, ਅਸੀਂ ਹੋਸਟ ਕੰਟਰੀ ਹਾਂ, ਤਾਂ ਸਾਡੇ ਨਾਲ ਹੋਰ ਵੀ ਬਹੁਤ ਸਾਰੇ ਮੁਲਕ ਹੈਗੇ ਨੇ, ਅਮਰੀਕਾ ਹੈ, ਫਰਾਂਸ ਹੈ, ਜਰਮਨੀ ਹੈ, ਤਾਂ ਉਹ ਸਾਰੇ ਚਾਹੁੰਦੇ ਨੇ ਕਿ ਇਹਨਾਂ ਲੀਡਰਸ ਨੂੰ ਬੁਲਾਇਆ ਜਾਵੇ। ਪੈਰਲਲੀ ਬ੍ਰਿਕਸ ਵੀ ਹੈਗਾ ਗਾ, ਉਹਨੂੰ ਵੀ ਕਾਊਂਟਰ ਕਰਨਾ ਹੈਗਾ, ਤਾਂ ਬਹੁਤ ਸਾਰੇ ਦੇਸ਼ਾਂ ਨੂੰ ਆਪਣੇ ਨਾਲ ਲੈ ਕੇ ਚੱਲਣ ਦੀ ਲੋੜ ਹੈਗੀ ਆ। ਉਹ ਕਹਿੰਦੇ ਸਮੇਂ ਦੇ ਵਿੱਚ, ਉਹ ਕਹਿੰਦੇ ਸਭ ਤੋਂ ਵੱਡੀ ਇਕੋਨਮੀ ਹੈ ਜਿਹਨਾਂ ਨੇ ਡਿਸਕਰਾਈਬ ਕੀਤਾ ਸੀਗਾ, ਤਾਂ ਉਹਦੇ ਨਾਲ ਸਾਡੇ ਰਿਲੇਸ਼ਨ ਵਧੀਆ ਹੋਣੇ ਚਾਹੀਦੇ ਹੈ। ਅਤੇ ਠੀਕ ਹੈ, ਨਾਲ ਦੀ ਨਾਲ ਅਸੀਂ ਜਿਹੜਾ ਬਾਕੀ ਗੱਲਾਂ ਬਾਤਾਂ ਵੀ ਕਰਾਂਗੇ, ਲਾਅ ਐਂਡ ਆਰਡਰ ਨੂੰ ਲੈ ਕੇ, ਹੈ ਨਾ, ਜਿਹੜੀ ਫੋਰਨ ਇੰਟਰਫੇਰੈਂਸ ਨੂੰ ਲੈ ਕੇ ਵੀ ਅਸੀਂ ਗੱਲਬਾਤ ਕਰਾਂਗੇ, ਬਟ ਅਸੀਂ ਟ੍ਰੇਡ ਨੂੰ ਵੀ ਉਹ ਕਹਿੰਦੇ ਜਾਰੀ ਰੱਖਣਾ ਚਾਹੁੰਦੇ, ਖਾਸ ਤੌਰ 'ਤੇ ਉਦੋਂ ਜਦੋਂ ਉਹ US ਨਾਲ ਆਪਣੀ ਡਿਪੈਂਡੈਂਸੀ ਘਟਾਉਣਾ ਚਾਹੁੰਦੇ ਨੇ। ਜੂਨ 13 ਨੂੰ ਇਜ਼ਰਾਈਲ ਨੇ ਇਰਾਨ ਦੇ ਉੱਤੇ ਪੂਰੇ ਸਕੇਲ ਦਾ, ਵੱਡੇ ਸਕੇਲ ਦਾ ਅਟੈਕ ਕਰ ਦਿੱਤਾ ਜੀ। ਇੱਥੇ ਉਹਨਾਂ ਨੇ ਮਿੱਥ ਕੇ ਹਮਲਾ ਕੀਤਾ ਹੈ। ਕੁਛ ਸਭ ਤੋਂ ਜਿਹੜੀਆਂ ਉਹਨਾਂ ਦੀ ਅਹਿਮ ਸਾਈਟਸ ਨੇ ਉਹਨਾਂ ਦੇ ਉੱਤੇ, ਖਾਸ ਤੌਰ 'ਤੇ ਜਿਹੜਾ ਉਹਨਾਂ ਦੇ ਸਾਰੀ ਨਿਊਕਲੀਅਰ ਦੀ ਜਿੱਥੇ ਟੈਸਟਿੰਗ ਹੋ ਰਹੀ ਹੈ, ਜਾਂ ਉੱਥੇ ਲੈਬਸ ਨੇ, ਜਾਂ ਜਿੱਥੇ ਕਹਿ ਲਓ ਵੀ ਉਹ ਬਣਾ ਰਹੇ ਨੇ ਨਿਊਕਲੀਅਰ ਵੈਪਨਰੀ ਨੂੰ ਹੌਲੀ ਹੌਲੀ, ਉੱਥੇ ਉਹਨਾਂ ਨੇ ਟਾਰਗੇਟ ਕੀਤਾ ਹੈਗਾ। ਇਜ਼ਰਾਈਲ ਨੇ ਕਿਹਾ ਹੈਗਾ, ਉਹਨਾਂ ਦੇ PM ਨੇ ਕਿਹਾ ਹੈਗਾ, ਬੈਂਜਾਮਿਨ ਨੇਤਨਯਾਹੂ ਨੇ, ਕਿ ਅਸੀਂ ਅਫੋਰਡ ਨਹੀਂ ਕਰ ਸਕਦੇ ਕਿ ਈਰਾਨ ਕੋਲੇ ਨਿਊਕਲੀਅਰ ਵੈਪਨ ਹੋਵੇ ਅਤੇ ਉਹ ਇਸ ਵੈਪਨ ਨੂੰ ਬਣਾਉਣ,
ਕਿਉਂਕਿ ਫਿਰ ਉਹ ਸਿੱਧਾ ਅਟੈਕ ਸਾਡੇ ਤੇ ਕਰਨਗੇ। ਆਲਰੇਡੀ ਜਿਹੜੀਆਂ ਦੇ ਬੈਲਿਸਟਿਕ ਮਿਸਾਈਲਸ ਨੇ ਉਹ ਸਾਡੇ ਕੰਟਰੀ ਦੇ ਵਿੱਚ ਐਂਟਰ ਕਰ ਜਾਂਦੀਆਂ ਨੇ, ਤੇ ਇਹ ਗੱਲ ਸੋਚ ਕੇ ਦੇਖੋ ਵੀ ਉਹੋ ਜਿਹੇ ਨਿਊਕਲੀਅਰ ਮਿਸਾਈਲਸ ਬਣ ਜਾਣ ਤਾਂ ਸਾਡਾ ਕੀ ਹੋਊਗਾ। ਤਾਂ ਉਹ ਕਹਿੰਦੇ ਵੀ ਅਸੀਂ ਇਹ ਪ੍ਰੀਐਮਪਟਿਵ ਮੈਜਰ ਲਿਆ ਹੈਗਾ, ਇਸ ਤੋਂ ਪਹਿਲਾਂ ਕਿ ਉਹ ਵੈਪਨ ਬਣਾਉਣ ਨਿਊਕਲੀਅਰ, ਉਸ ਤੋਂ ਪਹਿਲਾਂ ਅਸੀਂ ਚਾਹੁੰਦੇ ਹਾਂ ਵੀ ਉਹਨਾਂ ਸਾਰੀਆਂ ਸਾਈਟ, ਸਾਰੇ ਟਿਕਾਣੇ ਜਿੱਥੇ ਸਭ ਕੁਝ ਚੱਲ ਰਿਹਾ ਹੈਗਾ ਉਹਨਾਂ ਨੂੰ ਉਹ ਡਿਸਟਰੋਏ ਕਰ ਦੇਣ। ਜਿੰਨੇ ਵੀ ਉਹਨਾਂ ਦੇ ਬੈਲਿਸਟਿਕ ਮਿਸਾਈਲ ਦੇ ਬੇਸਿਸ ਸੀਗੇ, 에ਅਰ ਡਿਫੈਂਸ ਬੈਟਰੀਜ਼ ਵਾਲੇ ਬੇਸਿਸ ਸੀਗੇ, ਕਮਾਂਡ ਐਂਡ ਕੰਟਰੋਲ ਸੈਂਟਰ ਸੀਗੇ, ਸਾਰਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਹੈਗਾ। ਇੱਥੋਂ ਤੱਕ ਕਿ ਜਿਹੜਾ ਉਹਨਾਂ ਦਾ ਈਰਾਨ ਦਾ ਨਿਊਕਲੀਅਰ ਪ੍ਰੋਗਰਾਮ ਜਿੱਥੇ ਚੱਲ ਰਿਹਾ ਹੈਗਾ ਉੱਥੇ ਯੂਰੇਨੀਅਮ ਇਨਰਿਚਮੈਂਟ ਪਲਾਂਟ ਹੈ ਜਿਹੜਾ, ਉੱਥੇ ਵੀ ਉਹਨਾਂ ਨੇ ਅਟੈਕ ਕੀਤਾ ਹੈਗਾ। ਸੋ ਤਹਿਰਾਨ ਦੇ ਵਿੱਚ ਰੈਜ਼ੀਡੈਂਸ਼ੀਅਲ ਏਰੀਆ ਦੇ ਵਿੱਚ ਅਟੈਕ ਕੀਤਾ ਗਿਆ ਹੈਗਾ। ਸੋ ਪੂਰੇ ਜਿਹੜੇ ਪੂਰਾ ਮਾਹੌਲ ਹੈ ਇਸ ਸਮੇਂ ਈਰਾਨ ਅਤੇ ਇਜ਼ਰਾਈਲ ਵਿਚਕਾਰ ਉਹ ਬਹੁਤ ਤਣਾਅ ਵਾਲਾ ਹੈਗਾ। ਆਇਤੋਲਾ ਅਲੀ ਖਾਮੇਨੀ ਜੋ ਕਿ ਈਰਾਨ ਦੇ ਸੁਪਰੀਮ ਲੀਡਰ ਨੇ, ਉਹਨਾਂ ਨੇ ਵਾਰਨਿੰਗ ਜਾਰੀ ਕਰ ਦਿੱਤੀ ਹੈ ਕਿ ਇਜ਼ਰਾਈਲ ਤੁਸੀਂ ਆਪਣੀ ਤਿਆਰੀ ਰੱਖੋ, ਤੁਸੀਂ ਅਟੈਕ ਤਾਂ ਕਰ ਲਿਆ ਹੈਗਾ ਬਟ ਇਹਦਾ ਤੁਹਾਨੂੰ ਹੁਣ ਖਾਮਿਆਜਾ ਜੋ ਹੈ ਭੁਗਤਣਾ ਪੈਣਾ ਹੈਗਾ। ਇਜ਼ਰਾਈਲ ਨੇ ਈਰਾਨ ਦੇ ਉੱਤੇ ਆਪਰੇਸ਼ਨ ਰਾਈਜ਼ਿੰਗ ਲਾਇਨ ਦੇ ਤਹਿਤ 6 ਵੇਵਸ ਦਾ ਅਟੈਕ ਕੀਤਾ ਜੀ, ਅਤੇ ਉਹ ਕਹਿੰਦੇ ਵੀ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਲਗਾਤਾਰ ਕਰਦੇ ਰਹਾਂਗੇ। ਸਭ ਤੋਂ ਇੰਟਰਸਟਿੰਗ ਗੱਲ ਇਹ ਹੈ ਵੀ ਜੋ ਐਡਵਾਂਸ ਅਟੈਕ ਹੋ ਰਹੇ ਨੇਗੇ ਵੈਪਨਰੀ ਵਾਲੇ, ਉਹਦੇ ਵਿੱਚ ਇਹ ਗੱਲ ਦੇਖਣ ਨੂੰ ਮਿਲੀ ਹੈ ਵੀ ਪੂਰੇ ਪ੍ਰਸੀਜਨ ਨਾਲ ਪੂਰਾ ਟਾਰਗੇਟ ਜਿਹੜਾ ਉਹਨਾਂ ਦਾ ਸੀਗਾ ਬੰਦਾ, ਉੱਥੇ ਹੀ ਅਟੈਕ ਕੀਤਾ ਉਹਨਾਂ ਨੇ। ਈਰਾਨ ਦੀ ਜਿਹੜੀ ਸਟੇਟ ਮੀਡੀਆ ਹੈ ਉਹਨਾਂ ਨੇ ਕਿਹਾ ਹੈਗਾ ਵੀ ਉਹਨਾਂ ਦੇ ਟੌਪ ਦੇ 3 ਜਿਹੜੇ ਕਮਾਂਡਰਸ ਨੇ, ਆਫੀਸ਼ੀਅਲਸ ਨੇ, ਉਹ ਇਸ ਅਟੈਕ ਦੇ ਵਿੱਚ ਜੋ ਇਜ਼ਰਾਈਲ ਵੱਲੋਂ ਕੀਤਾ ਗਿਆ ਉਹਦੇ ਵਿੱਚ ਮਾਰੇ ਗਏ ਨੇਗੇ। ਇਹਦੇ ਵਿੱਚ ਈਰਾਨ ਦੇ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਸਕੌਪ ਦੇ ਜੋ ਹੈੱਡ ਸੀਗੇ ਹੁਸੈਨ ਸਲਾਮੀ, ਉਹਨਾਂ ਦੀ ਵੀ ਕਿਲਿੰਗ ਹੋ ਗਈ ਹੈ, ਅਤੇ ਮੁਹੰਮਦ ਬਾਗੇਰੀ ਜੋ ਕਿ ਸੈਕਿੰਡ ਹਾਈਐਸਟ ਆਰਮੀ ਕਮਾਂਡਰ ਸੀਗੇ ਉਹ ਵੀ ਜਿਹੜੇ ਹੈ ਮਾਰੇ ਗਏ ਨੇਗੇ। ਅਤੇ ਜਿਹੜੇ ਡਿਪਟੀ ਕਮਾਂਡਰ ਇਨ ਚੀਫ ਸੀਗੇ ਆਰਮਡ ਫੋਰਸਿਸ ਦੇ ਗੁਲਾਮ ਅਲੀ ਰਾਸ਼ੀਦ, ਉਹ ਵੀ ਜਿਹੜੇ ਹੈ ਇਸ ਕਮਾਂਡ ਦੇ ਵਿੱਚ ਮਾਰੇ ਗਏ ਨੇਗੇ। ਨਿਊਕਲੀਅਰ ਸਾਇੰਟਿਸਟ ਨੂੰ ਵੀ ਟਾਰਗੇਟ ਕੀਤਾ ਗਿਆ ਅਟੈਕ ਦੇ ਵਿੱਚ। ਹਾਲਾਂਕਿ US ਨੇ ਕਿਹਾ ਹੈਗਾ ਵੀ ਅਸੀਂ ਇਸ ਦੇ ਵਿੱਚ ਇਨੀਸ਼ੀਅਲੀ ਜੋ ਉਹਨਾਂ ਦੀ ਸਟੇਟਮੈਂਟ ਆਈ ਸੀਗੀ ਸਾਡਾ ਇਹਦੇ ਵਿੱਚ ਕੋਈ ਰੋਲ ਨਹੀਂ। ਇਜ਼ਰਾਈਲ ਨੇ ਇੰਡੀਪੈਂਡੈਂਟ ਤਰੀਕੇ ਨਾਲ ਆਪਦਾ ਇੱਕ ਫੈਸਲਾ ਲੈਂਦੇ ਹੋਏ ਗੱਲਬਾਤ ਕੀਤੀ ਹੈ, ਆਪਣੇ ਕੈਬਨਿਟ ਨਾਲ ਸਲਾਹ ਕਰਕੇ ਕੀਤੀ ਹੈ, ਬਟ ਆਪਾਂ ਸਾਰੇ ਜਾਣਦੇ ਹਾਂ ਵੀ ਅਜਿਹਾ ਬਹੁਤ ਜ਼ਿਆਦਾ ਘੱਟ ਚਾਂਸਿਸ ਹੈਗੇ ਨੇਗੇ। ਇਜ਼ਰਾਈਲ ਕੋਈ ਵੀ ਚੀਜ਼ ਜੋ ਹੈ ਅਮਰੀਕਨ ਬੈਕਿੰਗ ਤੋਂ ਬਿਨਾਂ ਨਹੀਂ ਕਰਦਾ ਹੈਗਾ। ਅਤੇ ਬੈਂਜਾਮਿਨ ਨੇਤਨਯਾਹੂ ਨੇ ਜਦੋਂ ਜੋ ਸਪੀਚ ਦਿੱਤੀ ਆਪਦੀ TV ਦੇ ਉੱਤੇ, ਐਡਰੈਸ ਕੀਤਾ ਆਪਦੇ ਦੇਸ਼ ਦੇ ਲੋਕਾਂ ਨੂੰ ਅਤੇ ਦੁਨੀਆ ਨੂੰ, ਉਹਦੇ ਵਿੱਚ ਉਹਨਾਂ ਨੇ ਇਹੀ ਗੱਲ ਆਖੀ ਹੈਗੀ ਹੈ ਵੀ ਅਸੀਂ ਲਗਾਤਾਰ ਅਮਰੀਕਨ ਦੇ ਨਾਲ ਟੱਚ 'ਚ ਰਹੇ ਹੈਗੇ ਹਾਂ ਅਤੇ ਉਹਨਾਂ ਨਾਲ ਗੱਲਬਾਤ ਕਰਦੇ ਰਹੇ ਹਾਂ। ਉਹਨਾਂ ਨੂੰ ਦੱਸਿਆ ਵੀ ਹੈਗਾ ਆਪਰੇਸ਼ਨ ਰਾਈਜ਼ਿੰਗ ਲਾਈਨ ਬਾਰੇ। ਸੋ ਇੱਕ ਤਰ੍ਹਾਂ ਤੋਂ ਜੋ ਅਮਰੀਕਾ ਦਾ ਬਿਆਨ ਆਇਆ ਸੀਗਾ ਉਹਦੀ ਵੈਲਿਊ ਵੀ ਜੋ ਘੱਟ ਗਈ ਹੈ। ਅਤੇ ਬਾਅਦ ਦੇ ਵਿੱਚ US ਦੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਈਰਾਨ ਨੂੰ ਇੱਕ ਵਾਰ ਫਿਰ ਤੋਂ ਕਿਹਾ ਹੈਗਾ ਵੀ ਤੁਸੀਂ ਸਾਡੇ ਨਾਲ ਡੀਲ ਕਰ ਲਓ, ਇਸ ਤੋਂ ਪਹਿਲਾਂ ਕਿ ਅਸੀਂ ਤੁਹਾਡਾ ਕੁਛ ਵੀ ਨਾ ਇੱਥੇ ਰਹਿਣ ਦੀਏ। ਉਹ ਕਹਿੰਦੇ ਵੀ ਇੰਨਾ ਜ਼ਿਆਦਾ ਅਸੀਂ ਜ਼ਬਰਦਸਤ ਅਟੈਕ ਕਰਾਂਗੇ, ਅਗਲਾ ਜਿਹੜਾ ਸਾਡਾ ਅਟੈਕ ਹੋਊਗਾ ਕਿ ਤੁਹਾਡਾ ਜਿਹੜਾ ਦੇਸ਼ ਹੈ ਉਹਨੂੰ ਅਸੀਂ ਪੂਰੀ ਤਰੀਕੇ ਨਾਲ ਉਹ ਡਿਸਟਰੋਏ ਕਰਾਂਗੇ। ਤਾਂ ਉਹਨਾਂ ਨੇ ਕਿਹਾ ਵੀ ਉਸ ਤੋਂ ਪਹਿਲਾਂ ਜੋ ਹੈ ਤੁਸੀਂ ਸਾਡੇ ਨਾਲ ਨਿਊਕਲੀਅਰ ਡੀਲ ਸਾਈਨ ਕਰ ਲਓ। ਉਹ ਕਹਿੰਦੇ ਮੈਂ ਕਈ ਮਹੀਨਿਆਂ ਤੋਂ ਟਰਾਈ ਕਰ ਰਿਹਾ, ਕੋਸ਼ਿਸ਼ ਕਰ ਰਿਹਾ, ਅਮਰੀਕਨਸ ਕੋਸ਼ਿਸ਼ ਕਰ ਰਹੇ ਆ ਕਿ ਈਰਾਨ ਨਾਲ ਜੋ ਹੈ ਕੋਈ ਨਾ ਕੋਈ ਡੀਲ ਹੋ ਸਕੇ। ਬਟ ਡੋਨਲਡ ਟਰੰਪ ਨੇ ਹੁਣ ਤਾਂ ਸਿੱਧੀ ਧਮਕੀ ਦੇ ਦਿੱਤੀ ਹੈ ਵੀ ਜਿਹੜੀਆਂ ਅਗਲੀਆਂ ਸਟਰਾਈਕਸ ਜਾਂ ਅਗਲਾ ਵਾਰ ਇਜ਼ਰਾਈਲ ਵੱਲੋਂ ਕੀਤਾ ਜਾਊਗਾ ਉਹ ਇਸ ਤੋਂ ਵੀ ਜ਼ਿਆਦਾ ਖਤਰਨਾਕ ਹੋਊਗਾ ਅਤੇ ਭਿਆਨਕ ਹੋਊਗਾ। ਉਹੀ ਗੱਲ ਹੈ ਵੀ ਜਿਹੜੇ ਸੈਕਟਰੀ ਆਫ ਸਟੇਟ ਨੇ ਉਹ ਕੁਛ ਕਹਿੰਦੇ ਨੇ ਅਤੇ US ਪ੍ਰੈਜ਼ੀਡੈਂਟ ਜਿਹੜੇ ਨੇ ਉਹ ਸਿੱਧਾ ਡਾਇਰੈਕਟ ਹੀ ਚੱਲਦੇ ਨੇਗੇ, ਉਹ ਸਿੱਧਾ ਹੀ ਕਹਿ ਦਿੰਦੇ ਨੇ ਕਿ ਵੀ ਨਹੀਂ, ਉਹ ਪਰਵਾਹ ਵੀ ਨਹੀਂ ਕਰਦੇ ਹੈਗੇ ਕਿਸੇ ਚੀਜ਼ ਦੀ, ਅਤੇ ਉਹ ਸਿੱਧਾ ਹੀ ਮੰਨ ਜਾਂਦੇ ਨੇ ਵੀ ਜੋ ਹੈ ਅਸੀਂ ਇਹ ਅਟੈਕ ਕਰਵਾਵਾਂਗੇ ਅਤੇ ਇਹ ਤੋਂ ਅਗਲਾ ਜਿਹੜਾ ਹੋਊਗਾ ਉਹ ਹੋਰ ਵੀ ਜ਼ਿਆਦਾ ਖਤਰਨਾਕ ਹੋਊਗਾ। ਰਸ਼ੀਆ ਨੇ ਜੋ ਇਜ਼ਰਾਈਲ ਵੱਲੋਂ ਅਟੈਕ ਕੀਤਾ ਗਿਆ ਹੈਗਾ ਈਰਾਨ ਦੇ ਉੱਤੇ ਉਹਨੂੰ ਕੰਡੈਮ ਕੀਤਾ ਹੈਗਾ। ਉਹਨਾਂ ਨੇ ਕਿਹਾ ਵੀ ਇਹ ਬਿਲਕੁਲ ਗਲਤ ਹੋਇਆ ਹੈਗਾ, ਇਹ ਜਿਹਾ ਨਹੀਂ ਹੋਣਾ ਚਾਹੀਦਾ ਸੀ। ਚਾਈਨਾ ਨੇ ਵੀ ਕੰਡੈਮ ਕੀਤਾ ਹੈਗਾ ਅਤੇ ਉਹ ਕਹਿੰਦੇ ਵੀ ਅਸੀਂ ਵੀ ਆਪਦਾ ਰੋਲ ਪਲੇ ਕਰਾਂਗੇ ਤਾਂ ਜੋ ਮਿਡਲ ਈਸਟ ਦੇ ਵਿੱਚ ਤਣਾਅ ਵਧੇ ਨਾ, ਟੈਨਸ਼ਨਸ ਘਟਣ ਅਤੇ ਇਹ ਸਿਚੁਏਸ਼ਨ ਜੋ ਹੈ ਆਊਟ ਆਫ ਕੰਟਰੋਲ ਨਾ ਹੋਵੇ। ਜਿਹੜੀ ਇੰਟਰਨੈਸ਼ਨਲ ਐਟੋਮਿਕ ਐਨਰਜੀ ਏਜੰਸੀ ਹੈ ਉਹਨਾਂ ਨੇ ਇਹ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਇਜ਼ਰਾਈਲ ਨੇ ਜਦੋਂ ਅਟੈਕ ਕੀਤਾ ਤਾਂ ਉਹਨਾਂ ਨੇ ਇਰਾਨੀਅਨ ਨਿਊਕਲੀਅਰ ਸਾਈਟਸ ਦੇ ਉੱਤੇ ਕੀਤਾ, ਅਤੇ ਇਹ ਗੱਲ ਬਹੁਤ ਜ਼ਿਆਦਾ ਚਿੰਤਾ ਵਾਲੀ ਹੈ। ਇਹਦੇ ਨਾਲ ਜੋ ਹੈ ਗੱਲ ਬਹੁਤ ਜ਼ਿਆਦਾ ਹੁਣ ਵੱਧ ਜਾਣੀ ਹੈ। ਉਹਨਾਂ ਦੇ ਟੌਪ ਦੇ ਜਿਹੜੇ ਮਿਲਟਰੀ ਕਮਾਂਡਰਸ ਨੇ, ਆਫਿਸਰਸ ਨੇ, ਉਹਨਾਂ ਦੀ ਕਿਲਿੰਗ ਉਹਨਾਂ ਨੇ ਕਰ ਦਿੱਤੀ ਹੈ। ਕਿਹਾ ਜਾ ਰਿਹਾ ਵੀ ਜਦੋਂ ਕਿਲਿੰਗ ਹੋਈ ਹੈਗੀ ਹੈ ਈਰਾਨ ਦੇ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੌਪ ਦੇ ਕਮਾਂਡਰ ਦੀ, ਉਹ ਇੱਕ ਮੀਟਿੰਗ ਕਰ ਰਹੇ ਸੀਗੇ, ਉੱਥੇ ਨਿਊਕਲੀਅਰ ਸਾਇੰਟਿਸਟ ਵੀ ਸੀਗੇ, ਹੋਰ ਉਹਨਾਂ ਦੇ ਜਿਹੜੇ ਟੌਪ ਦੇ ਅਫੀਸ਼ੀਅਲ ਉਹ ਵੀ ਸੀਗੇ। ਸੋ
ਬਿਲਕੁਲ ਉਸ ਮੀਟਿੰਗ ਦੇ ਉੱਤੇ ਅਟੈਕ ਕੀਤਾ ਗਿਆ ਹੈਗਾ। ਤੇ ਇਹਦੇ ਨਾਲ ਇਹ ਵੀ ਗੱਲ ਕਹੀ ਜਾ ਰਹੀ ਹੈ ਵੀ ਜੋ ਈਰਾਨ ਵੱਲੋਂ ਡੀਲ ਨਹੀਂ ਸਾਈਨ ਕੀਤੀ ਜਾ ਰਹੀ ਉਹ ਬਹੁਤ ਨੇੜੇ ਹੈ ਨਿਊਕਲੀਅਰ ਵੈਪਨ ਦੇ। ਤੇ ਉਹਨਾਂ ਨੇ ਹੌਲੀ ਹੌਲੀ ਇੰਨੀ ਸਾਰੀ ਜਿਹੜੀ ਨਿਊਕਲੀਅਰ ਵੈਪਨ ਲਈ ਸਮੱਗਰੀ ਚਾਹੀਦੀ ਹੁੰਦੀ ਹੈ ਉਹ ਇਕੱਠੀ ਕਰ ਲਈ ਆ ਉਹਨਾਂ ਨੇ, ਤੇ ਉਹ ਬੜੀ ਛੇਤੀ ਜੋ ਹੈ 15 ਥੋੜ੍ਹੇ ਦਿਨਾਂ ਦੇ ਵਿੱਚ ਹੀ 15 ਜਾਂ ਉਸ 20 ਨਿਊਕਲੀਅਰ ਮਿਸਾਈਲਸ ਬਣਾ ਵੀ ਲੈਣਗੇ, ਜਿਨ੍ਹਾਂ ਕੋਲ ਓਵਰਆਲ ਸਾਰਾ ਕੁਛ ਉਹਨਾਂ ਦਾ ਜਿਹੜਾ ਪ੍ਰੋਗਰਾਮ ਹੈ ਉਹ ਸਫਲ ਹੋ ਜਾਂਦਾ ਹੈਗਾ। ਤਾਂ ਇਜ਼ਰਾਈਲ ਕਹਿੰਦਾ ਸੀ ਇਹ ਚੀਜ਼ ਜੋ ਹੈ ਅਫੋਰਡ ਨਹੀਂ ਕਰ ਸਕਦੇ। ਬਟ ਹੁਣ ਸਾਰੇ ਜਾਣੇ ਈਰਾਨ ਵੱਲੋਂ ਕਿਸ ਤਰ੍ਹਾਂ ਦਾ ਜਵਾਬ ਦਿੱਤਾ ਜਾਂਦਾ ਹੈਗਾ ਇਸ ਅਟੈਕ ਦਾ, ਉਹਦੀ ਵੇਟ ਕਰ ਰਹੇ ਨੇਗੇ, ਕਿਉਂਕਿ ਉਹਨਾਂ ਨੇ ਕਿਹਾ ਹੈਗਾ ਵੀ ਅਸੀਂ ਜ਼ਰੂਰ ਇਸ ਚੀਜ਼ ਦਾ ਜਵਾਬ ਦੇਵਾਂਗੇ। ਅੱਜ ਦੇ ਕਰੰਟ ਅਫੇਅਰਸ ਦੇ ਵਿੱਚ ਇੰਨਾ ਹੀ। This is CKYR